एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਬੁੱਧ ਸਿੰਘ ਗਿੱਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼ਹੀਦਾਂ ਭਾਗਪੁਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਬੁੱਧ ਸਿੰਘ ਢਿੱਲੋਂ ਉਰਫ ਸਰਦਾਰ ਸੱਜਣ ਸਿੰਘ ਢਿੱਲੋਂ ਜੀ ਦਾ ਜਨਮ ਆਜ਼ਾਦੀ ਘੁਲਾਟੀਏ ਕਾਮਰੇਡ ਮੱਲ ਸਿੰਘ ਢਿੱਲੋਂ ਜੀ ਦੇ ਘਰ ਮਾਤਾ ਜਸਵੰਤ ਕੌਰ ਹੋਣਾ ਦੀ ਕੁੱਖੋਂ ਲੈਂਦੇ ਪੰਜਾਬ ਦੇ ਚੱਕ ਨੰਬਰ 78 ਪਾਕਿਸਤਾਨ ਵਿੱਚ ਹੋਇਆ। ਭਾਰਤ ਪਾਕਿਸਤਾਨ ਵੰਡ ਸਮੇਂ ਆਪ ਜੀ ਦੀ ਉਮਰ 7-8 ਸਾਲਾਂ ਦੀ ਸੀ ਤੇ ਆਪ ਜੀ ਪਰਿਵਾਰ ਸਮੇਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਾਗਪੁਰ ਵਿੱਚ ਆ ਕੇ ਵਸੇ। ਆਪ ਜੀ ਹੁਣੇ 3 ਭਰਾ ਅਤੇ 2 ਭੈਣਾਂ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਆਪਣੇ ਭੈਣ ਭਰਾਵਾਂ ਨੂੰ ਉੱਚ ਵਿੱਦਿਆ ਹਾਸਿਲ ਕਰਵਾਈ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਦੋਵੇਂ ਭਰਾ ਬਲਵੀਰ ਸਿੰਘ ਢਿੱਲੋਂ ਅਤੇ ਜਗਤਾਰ ਸਿੰਘ ਢਿੱਲੋਂ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿ ਰਹੇ ਹਨ ਅਤੇ ਆਪ ਜੀ ਦੀਆਂ ਦੋਵੇਂ ਭੈਣਾਂ ਬੀਬੀ ਬਲਬੀਰ ਕੌਰ ਅਤੇ ਬੀਬੀ ਸੁਰਿੰਦਰ ਕੌਰ ਜੀ ਵੀ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਸੈੱਟ ਹਨ। ਸਰਦਾਰ ਬੁੱਧ ਸਿੰਘ ਗਿੱਲ ਹੋਣਾ ਦਾ ਵਿਆਹ ਸਰਦਾਰਨੀ ਗੁਰਮੀਤ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ 2 ਲੜਕੇ ਅਤੇ 2 ਲੜਕੀਆਂ ਨੇ ਜਨਮ ਲਿਆ। ਆਪ ਜੀ ਦਾ ਵੱਡਾ ਬੇਟਾ ਸਰਦਾਰ ਸੁਖਜੀਤ ਸਿੰਘ ਉਰਫ ਵਿਕ ਢਿੱਲੋਂ ਕੈਨੇਡਾ ਸਰਕਾਰ ਦੇ ਵਿੱਚ 2003 ਤੋਂ 2015 ਤੱਕ 3 ਟਰਮਾਂ ਲਗਾਤਾਰ ਬਤੌਰ MP ਦੇ ਅਹੁਦੇ ਤੇ ਰਹਿ ਚੁੱਕੇ ਹਨ ਅਤੇ ਆਪ ਜੀ ਦੇ ਛੋਟੇ ਬੇਟੇ ਹਰਪ੍ਰੀਤ ਸਿੰਘ ਢਿੱਲੋਂ ਉਰਫ ਹੈਪੀ ਢਿੱਲੋਂ ਪੜ੍ਹ ਲਿਖ ਕੇ ਆਪਣੇ ਪਿਤਾ ਜੀ ਦੇ ਨਾਲ ਖੇਤੀਬਾੜੀ ਵਿੱਚ ਹੱਥ ਵਟਾ ਰਹੇ ਹਨ ਅਤੇ ਆਪ ਜੀ ਦੀਆਂ ਦੋਵੇਂ ਬੇਟੀਆਂ ਕਰਮਜੀਤ ਕੌਰ ਅਤੇ ਕਮਲਜੀਤ ਕੌਰ ਆਪੋ ਆਪਣੇ ਪਰਿਵਾਰਾਂ ਸਮੇਤ ਕੈਨੇਡਾ ਵਿਖੇ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ। ਸਰਦਾਰ ਬੁੱਧ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਸਮਾਜ ਵਿੱਚ ਵਿਚਰਨ ਵਾਲੇ ਇਨਸਾਨ ਸਨ ਅਤੇ ਪਿੰਡ ਭਾਗਪੁਰ ਦੇ ਵਿਕਾਸ ਲਈ ਆਪ ਜੀ ਦੇ ਯਤਨਾਂ ਨੂੰ ਕਦੇ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। जितने भाई भाई आप हाजिर हो साथ संबंधी रिश्तेदार सबको आपके पता है नगरवासियों सरदार भगत सिंह जी ढिल्लों जो पिछले दिनों के विच सਦੀवी काल वास्ते विछोड़ा दे गए सन। स्वासां दा खजाना जिन्ना परमेश्वर वालों बख्शिश होया सी और उपभोग करके पलों गमन कर गए। उन्होंने विछोड़े के बरताए उन्होंने परिवार के नाल सब भाई भाई साथ संबंधी रिश्तेदार ने दोस्तों ने दुख साझा किया। जो मर्यादा उन्होंने बरताए अपनी बाणी के पाठ में अंतम अरदास तो पहला कीर्तन प्रचारा की हाजिरी है। आप जी सारे अंतम अरदास को वास्ते पत्र हुए हो। श्री गुरु ग्रंथ साहब महाराज सच्चे पातशाह के चरणों नाल ध्यान करके मुख रचना पवित्र करो। गज वज दे आपको वाहिगुरू जी का खालसा वाहिगुरू जी की फतेह। सतगुरां दी बाणी दा बच बैठे हर चीज लिखिया तेरे हुकुम कमाए कले आवे नानक का सदे कैसी कलम कुड़ी है मस्ती तैसी जियड़े पास। जिमें जिमें वाहिगुरू दा हुक्म है जिव जिव तेरा हुक्म ते बैठे हुक्मना जिन्हें रखा आप कर जाए क्योंकि सारा कुछ वाहिगुरू के हुक्म विच तदे गुरसिखां नूं पहाड़ा बनण दी तामीर गुरु साहब
ਸਾਹਿਬ ਜੀ ਮਹਾਰਾਜ ਦਹੀਂ ਛਕਾਉਣ ਵਾਸਤੇ, ਭੋਜਨ ਛਕਾਉਣ ਵਾਸਤੇ ਮੈਂ ਉਹਨਾਂ ਦੀ ਸੇਵਾ ਕਰਦਾ ਸੀ। ਇੱਕ ਦਿਨ ਬਹੁਤ ਅੰਧਕਾਰ ਆਇਆ, ਹਨੇਰੀ ਆਈ, ਗੁਰਸਿੱਖ ਦੀ ਐਸੀ ਭਾਵਨਾ ਬਣੀ, ਹਨੇਰੀ ਰੋਕ ਦਿੱਤੀ ਕਿ ਸਮੇਂ ਤੇ ਗੁਰੂ ਸਾਹਿਬ ਜੀ ਦੇ ਲਈ ਦਹੀਂ ਲੈ ਕੇ ਪਹੁੰਚ ਜਾਣਾ। ਜਦੋਂ ਗੁਰੂ ਸਾਹਿਬ ਦੇ ਹਜ਼ੂਰ ਆਇਆ, ਗਰੀਬ ਨਵਾਜ਼ ਸਤਿਗੁਰੂ ਜੀ ਨੇ ਸਿੱਖ ਨੂੰ ਸੰਬੰਧ ਦਿੱਤੀ, ਸੋ ਸਿੱਖਿਆ ਦਿੱਤੀ। ਉਹ ਸਿੱਖਾ ਵਾਹਿਗੁਰੂ ਦੇ ਭਾਣੇ ਉੱਤੇ ਕਦੇ ਕਿੰਤੂ ਨਹੀਂ ਕਰੀਦਾ। ਵਾਹਿਗੁਰੂ ਦਾ ਭਾਣਾ ਮੰਨੀ ਦਾ ਭੋਜਨ ਘੰਟਾ ਘੰਟੇ ਲੇਟ ਜਦ ਛਕਿਆ ਜਾ ਸਕਦਾ ਹੈ, ਪਰ ਇਸ ਤਰ੍ਹਾਂ ਸੇਵਾ ਦੀ ਸ਼ਕਤੀ ਦੁਆਰਾ, ਜਿਹੜੀ ਸੇਵਾ ਦੁਆਰਾ ਤੈਨੂੰ ਸ਼ਕਤੀ ਪ੍ਰਾਪਤ ਹੋਈ, ਉਹਦੇ ਦੁਆਰਾ ਤੇ ਹਨੇਰੀ ਨੂੰ ਰੋਕ ਕੇ ਬਹੁਤ ਚੰਗਾ ਨਹੀਂ ਕੀਤਾ ਹੈ, ਕਿਉਂਕਿ ਹੁਕਮ ਵਿੱਚ ਹਨੇਰੀ ਦੁਆਰਾ ਕਈ ਜੀਵਾਂ ਦਾ ਉਹਨਾਂ ਤੱਕ ਭੋਜਨ ਪੁੱਜਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਉਸ ਗੁਰਸਿੱਖ ਬਾਰੇ ਬਚਨ ਮਿਲਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਸਾਰੀ ਉਮਰ ਭਾਣੇ ਵਿੱਚ ਬਤੀਤ ਕੀਤੀ, ਕਦੇ ਉਜ਼ਰ ਨਹੀਂ ਕੀਤਾ। ਕਹਿਣ ਤੋਂ ਭਾਵ ਸੀ ਕਿ ਹੁਕਮ ਨੂੰ ਪਛਾਣਨਾ, ਹੁਕਮ ਨੂੰ ਜਾਣਨਾ, ਗੁਰੂ की बाणी पढ़ के उपदेश दृढ़ करके पता लगता है। हुक्म विच ही सब कुछ है, हुक्म अंदर सब तो बाहर हुक्म न कोई, नानक हुक्म दे जय होता पर मैं कहना। हुक्म दे अंदर सारी कार चलती है, भै विच ही दरिया चलते ने, भै विच ही पौड़ चलती है, सारा कुछ ਉਹਦੇ ਭੈ ਵਿੱਚ ਹੈ। ਧਰਤੀ ਵੀ ਉਹਦੇ ਭੈ ਵਿੱਚ ਹੈ। ਇੱਥੇ ਜੋ ਵੀ ਕਰਤੱਵ ਹੁੰਦਾ ਹੈ, ਜੋ ਵੀ ਵਰਤਦਾ ਉਹਦੇ ਹੁਕਮ ਵਿੱਚ ਹੈ। ਕਦੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਕਿ ਜਿਵੇਂ ਉੱਥੋਂ ਲਿਖਿਆ ਹੋਇਆ ਮਸਤ ਰੂਪੀ ਕਾਗਜ਼ ਤੇ ਜੇ ਹਰ ਚੀਜ਼ ਲਿਖਿਆ, ਜਿਹੜਾ ਵਾਹਿਗੁਰੂ ਨੇ ਉਸ ਕਾਗਜ਼ ਤੇ ਲਿਖਿਆ ਹੋਇਆ ਦੇਹਾਂ ਹੁਕਮ ਕਮਾਏ, ਉਸ ਹੁਕਮ ਦੇ ਅਨੁਸਾਰ ਹੀ ਜੀਵ ਸੰਸਾਰ ਵਿੱਚ ਆਉਂਦੇ ਹੈ। ਘੱਲੇ ਆਵੇ ਨਾਨਕਾ ਸਦੇ ਵਿੱਚ ਜਾਏ। ਜਦੋਂ ਉਸ ਹੁਕਮ ਅਨੁਸਾਰ ਜਾਣ ਦਾ ਸਮਾਂ ਆ ਜਾਂਦਾ ਹੈ, ਤਾਂ ਇਸ ਜੀਵ ਜਿਹੜੇ ਨੇ ਸੰਸਾਰ ਦੇ ਇੱਥੋਂ ਚਲਾਇਮਾਨ ਹੋ ਜਾਂਦੇ ਨੇ, ਮੌਤ ਦੇ ਰਸਤੇ ਰਾਹੀਂ ਸੰਸਾਰ ਤੋਂ ਤੁਰ ਜਾਂਦੇ। ਇਸ ਲਈ ਸਾਹਿਬ ਕਹਿੰਦੇ ਨੇ ਬਾਲ ਜਵਾਨੀ ਅਰਵਿੰਦ ਕੋਨਾ ਤੀਨ ਅਵਸਥਾ ਜਾਲ, ਬਚਪਨ ਜਵਾਨੀ ਬੁਢੇਪਾ। ਮੋਟੇ ਤੌਰ ਤੇ ਇਹ ਸਰੀਰ ਦੀਆਂ ਬਾਹਰੀ ਤਿੰਨ ਅਵਸਥਾ ਹੁੰਦੀਆਂ ਨੇ। ਜਨਮ ਵਿੱਚ ਜੋੜ ਲਓ, ਮਰਨਾ ਵਿੱਚ ਜੋੜ ਲਓ, ਪੰਜ ਹੋ ਜਾਂਦੀਆਂ। ਇੱਕ ਜਨਮ ਅਵਸਥਾ, ਬਾਲ ਅਵਸਥਾ, ਵੈਸੇ ਕਿਸ਼ੋਰ ਅਵਸਥਾ ਵੀ ਗ੍ਰੰਥਾਂ ਵਿੱਚ ਦੱਸੀ ਹੈ। ਚਲੋ ਮੋਟੇ ਤੌਰ ਤੇ ਮਹਾਰਾਜ ਨੇ ਬਾਲ ਕੁਝ ਜੀਵਨ ਬਚਪਨ ਦਾ ਹੁੰਦਾ ਹੈ, ਕੋਈ ਜੀਵਨ ਜਵਾਨੀ ਦਾ ਹੁੰਦਾ ਹੈ, ਕੁਝ ਬੁਢੇਪੇ ਦਾ ਹੁੰਦਾ ਹੈ। ਮਹਾਰਾਜ ਕਹਿੰਦੇ ਪਰ ਮੌਤ ਦਾ ਨਹੀਂ ਪਤਾ ਕਿ ਬਚਪਨ ਵਿੱਚ ਆਉਂਦੀ ਹੈ ਕਿ ਜਵਾਨੀ ਵਿੱਚ ਆਉਂਦੀ ਕਿ ਬੁਢੇਪੇ ਵਿੱਚ। ਇਹ ਤਾਂ ਆਏ ਤੋਂ ਪਤਾ ਲੱਗਦਾ, ਵਰਤਦਾ ਜਦੋਂ ਵਰਤਾਰਾ। ਤਾਂ ਸਤਿਗੁਰੂ ਜੀ ਬਾਣੀ ਚ ਉਪਦੇਸ਼ ਕਰਦੇ ਕਿ ਇਹ ਜੀਵ ਸੰਸਾਰ ਵਿੱਚੋਂ, ਜਿਵੇਂ ਕਬੀਰ ਜੀ ਕਹਿੰਦੇ ਨੇ, ਇਹ ਜਨਮ ਬੜਾ ਦੁਰਲੱਭ ਹੈ। ਦੁਰਲੱਭ ਕਿਹੜਾ? ਜਿਹੜਾ ਮਸੀਂ ਪ੍ਰਾਪਤ ਹੋਵੇ, ਜਿਹੜਾ ਬਹੁਤ ਦੇਰ ਤੋਂ ਬਾਅਦ ਪ੍ਰਾਪਤ ਹੋਇਆ। ਸਪਸ਼ਟ ਕਰ ਦਿੱਤਾ, ਕਹਿੰਦੇ ਹੋਏ ਨਾ ਬਾਰ ਬਾਰ, ਬਾਰ ਬਾਰ ਨਹੀਂ ਮਿਲਦਾ। ਕਹਿੰਦੇ
पर जे मेरे जो बल फल फल के भोए गिरे कहते बड़ा बल तक लिया कर कदे बागा बल भाव तक लिया कर जंगल विच बहुत सारे बूटे ने फल पाक के फल पक के ते भोए गिरे धरती उत्ते गिर जाते ने पक के आप ही गज के आखो सत श्री वाह सारे संसार का दृष्टांत आ सब ने इस मंजिल तक जाना भाई सब तुरे हुए हैं कोई रास्ते विच है कोई शुरू विच है कोई अंत विच है पता किसी का भी नहीं कहाँ सासा इस भांडे का इतने तो लग है हल्का ये तो जदों बस वो थोड़ा जा आवाज आएगी ना मौत रूपी छड़का बजेगा ओदा जिक्र बड़ा सुंदर बाबे फरीद ने किया वो बचन पढ़ के आप समाप्ति करिए आयो बंदा दुनी विच बत असोनी बत किन किनु मालिक काल मौत जा आपसी किवें आउंदी है कहते सब दरवाजे दरवाजे तोड़ के लै जाते फिर मौत जो दरवाजे तोड़ के ले जाती है हालत की होंगी है तिन्हां प्यारिया भाईदा अपने दे अगे बन के रख देती है तिन्हां प्यारिया भाईया कह दिता बंद फिर की होंदा देखो बंदा चलिया किवें जांदा चौंटणिया दे कंन ये हालत होती है चार भाईचार के तुर पड़ते हैं दो मूले लग जाते दो पीछे लग जाते हैं उत्थे बाबा जी कहते पिता अमल जे कीते दुनी विच सिदर गया है कहते जे नाम दे बीज अमल कीते हुंदे नाम दे कमाए हुंदे जिहड़ियां गल्लां कीतियां जे अंदर हुंदियां ते अज फिर काम आउणियां सी बंदियां तेरे अज ख्याल सतनाम श्री वाहिगुरू इस तरह के हालात जिहड़े गुरबाणी विच इस जीवन प्रति दर्शाए हुण बहुता समा नहीं समा समाप्ति का हो गया आनंद साहब पढ़दा है भाई ये गुरु साहब की बाणी मुताबिक जल कहाँ थल कहाँ गगन टिकाऊ कहाँ काल में बनाए समय सब नहीं एक दिन इस मौके पर बुझ जाना क्योंकि औद का रोजी घट गई छिन छिन औद देहात है टूटे घट कर जा
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਮਹਲਾ ਪੰਜਵਾ। ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਕਰ ਸੁਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ। ਆਨ ਦਿਨ ਸੁਕ੍ਰਿਤ ਕਰੀਐ ਰਹਾ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਕੋਟ ਜਨਮ ਕੇ ਕਿਰਵਿਖ ਨਾਸੇ ਹਰ ਕਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ। ਜੀਵ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ।
विघ्न विनाशन सब दुख नाशन सतगुर नाम दृढ़ाया कोई पाप भय सब पावन जन नानक सुख घर आया विघ्न विनाशन सब दुख नाशन सतगुर नाम दृढ़ाया कोई पाप भय सब पावन जन नानक सुख कर आया। वाहिगुरू जी का खालसा वाहिगुरू जी की फतेह। ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਸਾਡੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈਗੀ ਆ ਉਹਦੇ ਮੁਤਾਬਕ ਅਸੀਂ ਹਰਪ੍ਰੀਤ ਸਿੰਘ ਹੈਪੀ ਢਿੱਲੋਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਸਾਹਿਬ ਲੈਣ। ਸਵਰਗਵਾਸੀ ਬੁੱਧ ਸਿੰਘ ਢਿੱਲੋਂ ਜਿਹੜੇ ਕੁਝ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਏ ਗਏ ਨੇ। ਅਰਦਾਸ ਕੀਤੀ ਗਈ ਹੈ। ਸਾਰੇ ਵੀਰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਹਾਂ। ਇਸ ਢਿੱਲੋਂ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਹੈਪੀ ਢਿੱਲੋਂ ਵੱਲੋਂ ਜੋ ਇਹਨਾਂ ਨੇ ਮਾਇਆ ਦਾਨ ਕਰਾਈ ਆ, ਪੈਸੇ ਤਾਂ ਪਹਿਲਾਂ ਹੀ ਬਹੁਤ ਦਿੰਦੇ ਆਉਂਦੇ ਨੇ ਇਹ, ਲੇਕਿਨ ਹੁਣ ਇਹਨਾਂ ਨੇ ਸਰਦਾਰ ਬੁੱਧ ਸਿੰਘ ਢਿੱਲੋਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਨੂੰ 51,000 ਰੁਪਏ ਇਹਨਾਂ ਨੇ ਦਿੱਤਾ ਹੈਗਾ। ਦੋਨੇ ਧਰਮਸ਼ਾਲਾ ਨੇ ਉਹਨਾਂ ਨੂੰ 31,000 ਰੁਪਇਆ। ਅਤੇ ਇਸ ਢਿੱਲੋਂ ਪਰਿਵਾਰ ਦਾ ਬਹੁਤ ਧੰਨਵਾਦ। ਹੁਣ ਬਹੁਤ ਲੀਡਰ ਸਾਹਿਬਾਨ ਆਏ ਨੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ, ਪਰ ਸਮਾਂ ਘੱਟ ਆ। ਕੋਰੋਨਾ ਮਹਾਂਮਾਰੀ ਚੱਲਦੀ ਆ, ਸਮਾਂ ਸਾਰਾ ਨਹੀਂ ਦਿੱਤਾ ਜਾ ਸਕਦਾ। ਢਿੱਲੋਂ ਪਰਿਵਾਰ ਦਾ ਦੁੱਖ ਉਠਾਉਣਾ ਹੈ ਗੁਰੂ ਖਾਲਸਾ ਜੀ ਸਭ ਨੂੰ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੁੱਖ ਵੰਡਿਆ ਘਟਦਾ ਕੋਈ ਮੰਨਿਆ ਵੱਧ। ਇਸ ਪਰਿਵਾਰ ਨਾਲ ਸਾਡਾ ਬੜਾ ਪੁਰਾਣਾ ਵਾਹ ਸੀ। ਸਰਮਨ ਸਿੰਘ ਨੇ ਸਾਡੇ ਪਿੰਡ ਨਾਨਕੇ ਸੀ, ਉਹ ਇਲੈਕਸ਼ਨ ਵੀ ਲੜਿਆ ਕਰਦੇ। ਅਸੀਂ ਉਹ ਸਾਤੋਂ ਵੱਡੇ ਸੀ ਕਾਫੀ, ਅਸੀਂ ਜਵਾਨੀ 'ਚ ਪੈਰ ਧਰਦੇ ਸੀ। ਜਦੋਂ ਉਹਨਾਂ ਨੇ ਇਲੈਕਸ਼ਨ ਲੜਿਆ, ਉਹਨਾਂ ਦੀ ਖੁਆਇਸ਼ ਉਹਨਾਂ ਦੇ ਪੋਤੇ ਨੇ ਪੂਰੀ ਕਰੀ। ਕੈਨੇਡਾ ਜਾ ਕੇ ਉੱਥੇ ਉਹ MLA ਬਣੇ, ਜਾ ਕੇ ਨਾ ਸਰਮਨ ਸਿੰਘ ਤੋਂ ਲੱਗਿਆ। ਇਹਨਾਂ ਦੇ ਪਰਿਵਾਰ ਨਾਲ ਸਾਡੀ ਖੂਨ ਦੀ ਸਾਂਝ, ਬੜਾ ਵਧੀਆ ਪਰਿਵਾਰ, ਦਸਾਂ ਨੌਂ ਦੀ ਕਮਾਈ ਕਰਨ ਨਾਲ ਤੇ ਸੱਚ ਤੇ ਖੜ੍ਹਨ ਨਾਲ। ਉਦੋਂ ਮੇਰੇ ਯਾਦ ਆ ਜਦੋਂ ਸਰਮਨ ਸਿੰਘ ਨੇ ਇਲੈਕਸ਼ਨ ਲੜੀ, ਅਸੀਂ ਉਹਦੇ ਕੋਲ ਆਏ ਅਫਸੋਸ ਕਰਨ ਦੇ ਤੁਸੀਂ ਹਾਰ ਗਏ। ਉਹ ਕਹਿੰਦਾ ਤੁਹਾਨੂੰ ਭੁਲੇਖਾ ਹੈ, ਮੇਰੀਆਂ ਪਹਿਲਾਂ ਨੂੰ ਵੋਟਾਂ ਵੱਧ ਗਈਆਂ, ਮੈਂ ਜਿੱਤ ਗਿਆ। ਜਦੋਂ ਪਹਿਲਾਂ ਅਸੀਂ ਲੜੇ ਆ ਇਲੈਕਸ਼ਨ, ਉਦੋਂ ਸਾਡੀਆਂ ਇੰਨੇ % ਵੋਟਾਂ ਸੀ, ਅੱਜ ਸਾਡੀਆਂ ਇੰਨੇ % ਹੋ ਗਈਆਂ। ਅਸੀਂ ਤਰੱਕੀ ਕਰ ਰਹੇ ਹਾਂ, ਅਸੀਂ ਜਿੱਤ ਗਏ। ਇਹਨਾਂ ਨੂੰ ਢਾਹ ਲੱਗੀ 1962 ਜਦੋਂ ਚੀਨ ਨੇ ਹਿੰਦੁਸਤਾਨ 'ਤੇ ਹਮਲਾ ਕਰਿਆ। ਚਲੋ ਇਹ ਤਾਂ ਪੁਰਾਣੀਆਂ ਗੱਲਾਂ ਨੇ। ਇਸ ਖਾਨਦਾਨ ਦੀ ਇੱਕ ਖੂਬੀ ਰਹੀ ਆ, ਅਸੀਂ ਬੜੇ 50 ਸਾਲ ਤੋਂ 55 ਸਾਲ ਤੋਂ ਦੇਖ ਰਹੇ ਹੁੰਦੇ ਹਾਂ, ਜਿਹਨੂੰ ਹਾਂ ਕਰੀ ਉਹਨੂੰ ਨਾ ਨਹੀਂ ਕਰੀ। ਮੇਰੇ ਇੱਕ ਮੁਹੰਮਦ ਵਾਕੀ ਦੀਆਂ 4 ਲਾਈਨਾਂ ਯਾਦ ਆਈਆਂ ਨੇ। ਯਾਰ ਯਾਰਾਂ ਦੇ ਦੁੱਖ ਵੰਡਾਉਂਦੇ,
वीर वीरां दियां बाहां, बाप सिर दा ताज मुहम्मद, मावां ठंडियां छावां। बाप मरे तां घर बेला हुंदा, भरा मरे पिठ खाली। मामा बाजों मुहम्मद बख्शा कौन करे रखवाली। बाप जदों मर जांदा सिर तो ताज लै जांदा। अज साडे भतीजे ने हैप्पी होई, ये बाप तो बाहर हो गए। इन्हां दे बहुत बड़ियां जिम्मेवारियां पै गईयां। जदों इंसान पर जिम्मेवारी पैंदी है उदों पता लगदा मैं साडे भरा नूं, साडे रंगले सज्जन नूं आपदियां दिल दीयां गहराइयां जो सत्कार भेंट करना, वाहिगुरू अगे अरदास करना भी परमात्मा यह जे वधिया बंदे इस जहान के द्वारा भेज। शरधा के फुल भेंट करने वाले होर भी बहुत सज्जन आगे चले भी गए हैं। कुछ मेरा नाम लिखे थे जोड़े बंदे हाजिरी लवा के गए हैं या ला रहे हैं। उन्होंने ब्लॉक प्रधान सुखविंदर सिंह सुखी झज्ज, चेयरमैन बलवीर सिंह जी बुढ़ेवाल, प्रधान साहब सुखजीत सिंह जी सुखी हरा, नगर कौंसल सानेवाल ते इन्हां दे साथी कौंसलर साहिबान सारे बैठे ने। रमनीत सिंह गिल जिला परिषद के मैंबर, बलवीर सिंह भैरमना, अमरिंदर सिंह करियाल खूनखुर्द, नरपाल सिंह जी गर्जा कोहरा, डॉक्टर सुखविंदर सिंह सोखी मांगट, दविंदर सिंह जी करियाल पीए साहब, सनी कटाणी, रविंदर सिंह कोहरा जमालपुर वाले, डॉक्टर कुलदीप सिंह ते रवि भाटिया पत्रकार, सरपंच जसवीर सिंह जी करौड़, बलदेव सिंह डिग्री मानगढ़ ब्लॉक समिति मैंबर, रमनदीप सिंह जी जडियाली, राजा गिल जडियाली, जत्थेदार प्रीतम सिंह जी मानगढ़, जत्थेदार मानदल धर्मजीत सिंह गिल जडियाली, मिक्की सानेवाल कोआर्डीनेटर यूथ विंग, प्रधान रविंदर शर्मा, हरविंदर शर्मा ब्लॉक प्रधान, अवतार सिंह जी चहल, कुलविंदर काला, भोला मंग, होर ही मेरे वीर बाद च आए थे, मैं उन्होंने नाम नहीं नोट कर सकिया। मैडम बीबी सतविंदर कौर पिंडी जी शरधा के फुल भी भेंट करेंगे तो परिवार वालों सारे वीरों का जो अज इस प्रोग्राम पहुंचे ने उन्होंने धन्यवाद भी करेंगे। श्री गुरु ग्रंथ साहिब जी की पवित्र हजूरी विच और साडे बहुत ही सत्कारयोग अंकल सरदार सज्जन सिंह जी ढिल्लों उन्होंने अंतिम अरदास में शामिल हुए समुची संगत सब तो पहला की फतेह प्रवान करो। वाहिगुरू जी का खालसा वाहिगुरू जी की फतेह। अक्सर मैं गल करती हूँ कि दूर जाना इस दुनिया तो किसी भी अच्छे रहना जाना और सारे पता की बहुत एक अटल सच्चाई है। सारे ने अपने सहानी पूंजी जब खत्म होनी है चले जाना, पर जीवन जीने के कई तरीके होते हैं। कोई इंसान किस तरह अपना जीवन जीता है, कोई किस तरह। कई बार लगता है कि जिंदगी मेरे 84 लाख जुमला तो बाहर अपन हुई मिली है। कई बार धोखी जिंदगी लग जाता है कोई इंसान, तो कई बार मिसाल के रूप में देखती है अपने जिस तरह के सारे मानव अंकल जी की जिंदगी से। क्योंकि इस परिवार में जितनी बार मौका मिला सारे परिवार को मिलना, अंकल जी को मिलना, मानवता के एक जरा दर्द है इंसानियत की दर्द इस परिवार से देखी। हमेशा हमारे अपना आशीर्वाद देता और चंगे काम करने वाले इंसान हमेशा प्रेरणा देते रहे, सारे से हाथ रखते रहे और बहुत ही बड़ा घाटा बिताना जाना। क्योंकि इन्होंने जो तजाबे और इन्हों का दिता प्यार पूरा बदल कोई भी है। और बदल जिम्मे कहते कि बहुत ही घट लोग ने जिन्हें कि मानवता की गल करते
ਜਿਹੜੇ ਕਿ ਆਪਣੇ ਗੁਰੂ ਸਾਹਿਬਾਨ ਨੇ ਦੱਸੇ ਰਸਤੇ ਤੇ ਚੱਲਣ ਦੀ ਗੱਲ ਕਰਦੇ हैं। सो मैं निजी तौर पर भी अरदास करती हूँ कि सच्चे पातशाह जिस तरह मानवता की सेवा करते हुए परिवार शुरू तो चले आ रहे यही आशीर्वाद इन्हों से बनाई रखना। देशों विदेशों में इन्होंने अपनी कौम का नाम ऊँचा किया साढ़े वीर ने, इसी तरह गुरु साहब इन्हों से अपना आशीर्वाद बना के रखियो। यही साड़ियाँ अरदासा ने, यही दुआवां ने और आप सारे ने मेरे हैप्पी जो कि इसमें इतने सीए क्योंकि कोरोना महामारी कारण बाकी परिवार बाहर है नहीं सारे आ सके इन्हों का सारे ने अपना साथ जिन्ना भी आप दे सकते अगे वास्ते भी मैं ही चाहूँगी इसी तरह दुख का जरा क्योंकि जो विछोड़ा है पिता का जाना जो मैं समझ गया कि विछोड़ा सहना बहुत मुश्किल है। किसी भी उम्र चापर बहुत चाहिए पर पिता के माँ का विछोड़ा सहना बहुत ही मुश्किल मैं समझ गया। एक कोई तरीका है इस ग्रुप को घटाने का वो गुरु साहब के चरणों जुड़ के ही शायद मेरी भरपाई हो सकती है। सो मैं दिलों अरदास करके सच्चे पातशाह जिथे सारे परिवार के तुझे अपना आशीर्वाद रखियो उथे सारे अंदर जी अपने चरणों में जगह देना। बहुत बहुत सोची संगत जी का धन्यवाद भी करती हैं जी और अपनी ड्यूटी निभाते हुए सोची कांग्रेस पार्टी वालों भी क्योंकि सारे परिवार की बहुत सेवा है जितनी जितनी लोड़ पड़ी है एक हमेशा साथ देते हैं। अपनी हाजिरी निभाते हुए पार्टी वालों भी हाजिरी निभानी है जी और सारे माननीय मुख्यमंत्री कैप्टन अमरिंदर सिंह जी वालों भी इस परिवार की मुक्ति करी आज मैं शमूलियत करती हूँ। बहुत बहुत समुची संगत का धन्यवाद करते हुए यही गल याद कराऊंगी कि गुरु अर्जन देव जी ने वचन किए सी तेरा पाना मीठा लागे हर नाम पदारथ नानक मांग। गुरु साहब सानू इन्ना हौसला बख्शण कि उहदा दिता हुआ जीवन उहदे हुक्म के अनुसार असीं अपना जीवन गुजार सकीए। बहुत